ਅੱਜ ਦਾ ਸਾਡਾ ਵਿਸ਼ਾ ਹੈ ਜੀ ਹਰ ਪਸ਼ੂ ਤੋਂ ਹਰ ਸਾਲ ਸੂਆ ਕਿਵੇਂ ਲਈਏ ਤੇ ਬਣਾਵਟੀ ਗਰਭਧਾਨ ਨੂੰ ਕਿਵੇਂ ਕਾਮਯਾਬ ਬਣਾਈਏ। ਤੇ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਜੀਵਨ ਕੁਮਾਰ ਗੁਪਤਾ, ਵੈਟਰਨਰੀ ਅਫਸਰ ਤੇ ਡੈਰੀ ਮਾਹਰ ਪਟਿਆਲਾ। ਤੇ ਹੁਣ ਅਸੀਂ ਇਸ ਬਾਰੇ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਕਿ ਉਹ ਜਾਣਦੇ ਹਾਂ ਇਸ ਬਾਰੇ। ਡਾਕਟਰ ਹਾਂਜੀ, ਪਸ਼ੂ ਪਾਲਕ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਆਪਣਾ ਵਿਸ਼ਾ ਜਿਹੜਾ ਹੈ ਜੀ ਡੇਅਰੀ ਫਾਰਮਿੰਗ ਦਾ ਸਭ ਤੋਂ ਜਿਹੜਾ ਮਹੱਤਵਪੂਰਨ ਹਿੱਸਾ ਹੈ ਉਹ ਜਿਹੜਾ ਇਸ ਵੇਲੇ ਸਮੇਂ ਮੁਤਾਬਕ ਬਹੁਤ ਹੀ ਢੁਕਵਾਂ ਹੈ ਵੀ ਹਰ ਪਸ਼ੂ ਹਰ ਸਾਲ ਸੂਆ ਕਿਵੇਂ ਦੇਵੇ। ਔਰ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਵੀ ਅਸੀਂ ਜਿਹੜਾ ਕੰਸੈਪਸ਼ਨ ਰੇਟ ਹੈ ਜਾਂ ਬਣਾਵਟੀ ਗਰਭਦਾਨ ਦਾ ਜਿਹੜਾ ਕਾਮਯਾਬੀ ਦਾ ਰੇਟ ਹੈ ਉਹਨੂੰ ਅਸੀਂ ਕਿਵੇਂ ਵਧਾਈਏ। ਇਹ ਵੀਡੀਓ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਗੱਲਾਂ ਜ਼ਰੂਰ ਕਹਾਂਗਾ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜਾ ਗਿਆਨ ਜਿਹੜਾ ਵੰਡਿਆ ਜਾ ਰਿਹਾ ਡੇਅਰੀ ਫਾਰਮਿੰਗ ਬਾਰੇ ਕ੍ਰਿਸ਼ੀ ਹੈਲਪਲਾਈਨ ਚੈਨਲ ਤੋਂ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਜਿਹੜਾ ਬੈਲ ਦਾ ਬਟਨ ਹੈ ਸਾਈਡ ਵਾਲਾ ਉਹਨੂੰ ਤੁਸੀਂ ਜ਼ਰੂਰ ਔਨ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆਉਂਦੇ ਰਹਿਣ, ਕਿਉਂਕਿ ਬਹੁਤ ਘੱਟ ਚੈਨਲ ਹੈ ਅੱਜ ਜਿਹੜੇ ਸਾਨੂੰ ਰੈਗੂਲਰਲੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੈ। ਔਰ ਦੂਜੇ ਨੰਬਰ 'ਤੇ ਮੈਂ ਤੁਹਾਨੂੰ ਕਹੂੰਗਾ ਵੀ ਇਹ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਜਿਹੜੀ ਆਪਣੀ ਪਿਛਲੀ ਵੀਡੀਓ ਸੀ ਵੀ ਸੂਣ ਤੋਂ ਪਹਿਲਾਂ ਅਤੇ ਸੂਣ ਤੋਂ ਬਾਅਦ ਪਸ਼ੂਆਂ ਦੀ ਸੰਭਾਲ ਕਿੱਦਾਂ ਕਰੀਏ, ਕਿਉਂਕਿ ਦੇਖੋ ਸੂਆ ਪਹਿਲਾਂ ਜੇ ਅਸੀਂ ਸਹੀ ਲਵਾਂਗੇ ਤਾਂ ਹੀ ਦੂਜਾ ਸੂਆ ਆਉਣਾ ਹੈਗਾ। ਔਰ ਪਹਿਲਾ ਸੂਆ ਸਹੀ ਲੈਣ ਵਾਸਤੇ ਸਾਨੂੰ ਉਹ ਸਾਰੀਆਂ ਚੀਜ਼ਾਂ ਕਰਨੀਆਂ ਪੈਣੀਆਂ ਜੋ ਆਪਾਂ ਪਿਛਲੇ ਵੀਡੀਓ 'ਚ ਦੱਸਿਆ ਸੀ। ਉਹ 'ਚ ਮੇਨ ਤੁਹਾਨੂੰ ਮੈਂ 1-2 ਮਿੰਟ 'ਚ ਦੱਸ ਦੂੰਗਾ ਵੀ ਮੇਨ ਇਹ ਸੀਗਾ ਵੀ ਅਸੀਂ ਸੂਣ ਤੋਂ ਪਹਿਲਾਂ ਪਸ਼ੂ ਨੂੰ ਸਹੀ ਤਰੀਕੇ ਨਾਲ ਦੁੱਧੋਂ ਛੱਡਣਾ ਜ਼ਰੂਰੀ ਹੈ। ਫਿਰ ਆਪਾਂ ਗੱਲ ਕੀਤੀ ਸੀ ਵੀ ਡਰਾਈ ਫੀਡ ਪਾਉਣੀ ਜ਼ਰੂਰੀ ਹੈ। ਫਿਰ ਆਪਾਂ ਗੱਲ ਕੀਤੀ ਸੀ ਟ੍ਰਾਂਜੀਸ਼ਨ ਫੀਡ ਪਾਉਣੀ ਜ਼ਰੂਰੀ ਹੈ। ਫਿਰ ਆਪਾਂ ਗੱਲ ਕੀਤੀ ਸੀ ਵੀ ਜਿਹੜੀ ਫਰੈਸ਼ ਫੀਡ ਹੈ, ਜਿਹੜੀ ਤਾਜ਼ੇ ਸੂਏ ਪਸ਼ੂਆਂ ਵਾਲੀ ਫੀਡ ਪਾਉਣੀ ਜ਼ਰੂਰੀ ਹੈ। ਡਰਾਈ ਫੀਡ, ਟ੍ਰਾਂਜੀਸ਼ਨ ਫੀਡ ਅਤੇ ਫਰੈਸ਼ ਫੀਡ, ਜਿਹਨੂੰ ਫਰੈਸ਼ ਕਾਓ ਜਾਂ ਫਰੈਸ਼ ਬਫਲੋ ਫੀਡ ਵੀ ਕਹਿੰਦੇ ਆ, ਇਹ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ। ਇਸ ਕਰਕੇ ਕਦੇ ਵੀ ਸੂਣ ਤੋਂ ਪਹਿਲਾਂ ਜਾਂ ਸੂਣ ਤੋਂ ਪਿੱਛੋਂ ਇੱਕੋ ਤਰ੍ਹਾਂ ਦੀ ਫੀਡ ਅਸੀਂ ਨਹੀਂ ਪਾਉਣੀ ਹੈਗੀ। ਇਸ ਗੱਲ ਦਾ ਧਿਆਨ ਰੱਖਣਾ ਹੈ। ਇਹਨੂੰ ਅਸੀਂ ਵਿਗਿਆਨਕ ਭਾਸ਼ਾ 'ਚ ਫੇਜ਼ ਫੀਡਿੰਗ ਕਹਿ ਦਿੰਦੇ ਹਾਂ। ਫੇਜ਼ ਫੀਡਿੰਗ ਹੈ ਜਿਹੜੀ ਉਹ ਹੁੰਦੀ ਹੈ ਲੋੜ ਮੁਤਾਬਕ, ਉਮਰ ਮੁਤਾਬਕ, ਮੌਕੇ ਮੁਤਾਬਕ। ਮਤਲਬ ਕਿ ਗੱਭਣ ਪਸ਼ੂ ਦੀ ਖੁਰਾਕ ਹਮੇਸ਼ਾ ਹੀ ਤਾਜ਼ੇ ਸੂਏ ਪਸ਼ੂ ਨਾਲੋਂ ਵੱਖਰੀ ਹੋਣੀ ਚਾਹੀਦੀ ਹੈ। ਸੋ ਦੂਜੇ ਨੰਬਰ 'ਤੇ ਕੀ ਹੈ, ਦੇਖੋ ਜਿਹੜਾ ਪਸ਼ੂ ਸਾਡਾ ਜਦੋਂ ਸੂ ਪਿਆ, ਤਾਜ਼ਾ ਪਸ਼ੂ ਸੂ ਪਿਆ ਸਾਡਾ, ਵੱਡੀ ਸਮੱਸਿਆ ਜਿਹੜੀ ਆਉਂਦੀ ਹੈ ਪਸ਼ੂ ਦੀ ਉਹ ਸੂਣ ਤੋਂ ਜਿਹੜਾ ਪਹਿਲੇ ਸਾਡੇ 10-15 ਦਿਨ ਹੁੰਦੇ ਹੈ ਉਹਦੇ ਵਿੱਚ ਸਾਨੂੰ ਆਉਂਦੀ ਹੈ। ਇਹ 10-15 ਦਿਨ 'ਚ ਮੰਨ ਲਓ ਅਸੀਂ ਦੇਖਦੇ ਹਾਂ ਵੀ ਚੌਥੇ-ਪੰਜਵੇਂ ਦਿਨ ਪਸ਼ੂ ਨੂੰ ਮੰਨ ਲਓ ਬੁਖਾਰ ਹੋਣਾ ਸ਼ੁਰੂ ਹੋ ਗਿਆ। ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਵੀ ਪਸ਼ੂ ਦਾ ਤੁਸੀਂ ਪਹਿਲੇ ਹਫਤੇ ਦੇ ਵਿੱਚ ਤੀਜੇ, ਚੌਥੇ, ਪੰਜਵੇਂ ਦਿਨ ਖਾਸ ਕਰਕੇ ਤੁਸੀਂ ਬੁਖਾਰ ਜ਼ਰੂਰ ਚੈੱਕ ਕਰਨਾ ਹੈ, ਕਿਉਂਕਿ ਜੇ ਮੰਨ ਲਓ ਪਸ਼ੂ ਨੂੰ ਬੁਖਾਰ ਹੋ ਗਿਆ ਤਾਂ ਉਹਦੀ ਜਾਂ ਬੱਚੇਦਾਨੀ ਦੀ ਇਨਫੈਕਸ਼ਨ ਹੈ ਜਾਂ ਉਹਦੀ ਲੇਵੇ ਦੀ ਇਨਫੈਕਸ਼ਨ ਹੈ, ਮੰਨ ਲਓ ਜਾਂ ਐਂਡੋਮੈਟਰਾਈਟਸ ਹੈ ਜਾਂ ਮੈਸਟਾਈਟਸ ਹੈ। ਅਗਰ ਇਹਨਾਂ ਦੋਨਾਂ 'ਚੋਂ ਕੋਈ ਵੀ ਇੱਕ ਬਿਮਾਰੀ ਆ ਗਈ ਤਾਂ ਦੂਜੀ ਆਪਣੇ ਆਪ ਹੀ ਆ ਜਾਣੀ ਹੈ। ਅਕਸਰ ਬੱਚੇਦਾਨੀ ਦੀ ਇਨਫੈਕਸ਼ਨ ਪਹਿਲਾਂ ਆਉਂਦੀ ਹੈ ਔਰ ਜਿਹੜੀ ਲੇਵੇ ਦੀ ਇਨਫੈਕਸ਼ਨ ਹੈ ਜਾਂ ਮੈਸਟਾਈਟਸ ਹੈ ਉਹ ਬਾਅਦ 'ਚ ਆਉਂਦੀ ਹੈ। ਪਰ ਇਹ ਦੋਨੇ ਚੀਜ਼ਾਂ ਨਾਲ ਹੀ ਪਸ਼ੂ ਦੇ ਗੱਭਣ ਰਹਿਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਜਾਂਦੇ ਆ। ਸੋ ਇਸ ਕਰਕੇ ਤੁਸੀਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਵੀ ਪਸ਼ੂ ਦੇ ਵਿੱਚ ਸੂਣ ਤੋਂ ਬਾਅਦ ਤੀਜੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ ਦਿਨ ਸਵੇਰੇ ਸ਼ਾਮ ਅਸੀਂ ਚੈੱਕ ਕਰਨਾ ਹੈ ਵੀ ਬੁਖਾਰ ਤਾਂ ਨਹੀਂ ਹੋ ਰਿਹਾ। ਅਗਰ ਬੁਖਾਰ ਹੁੰਦਾ ਪਸ਼ੂ ਨੂੰ 102, 103, ਕਿਉਂਕਿ ਗਰਮੀ ਲਗਭਗ ਮੁੱਕ ਚੱਲੀ ਹੈ ਹੁਣ, ਸਵੇਰੇ ਜੇ ਅਸੀਂ ਟੈਂਪਰੇਚਰ ਚੈੱਕ ਕਰਾਂਗੇ ਤਾਂ ਸਾਨੂੰ ਬਹੁਤ ਬਿਲਕੁਲ ਸਪਸ਼ਟ ਪਤਾ ਲੱਗ ਜੂਗਾ। ਅਗਰ 1 ਡਿਗਰੀ ਵੀ ਬੁਖਾਰ ਹੈ ਪਸ਼ੂ ਨੂੰ ਤਾਂ ਸਾਨੂੰ ਪਤਾ ਲੱਗ ਜੂਗਾ। ਮੰਨ ਲਓ 102 ਡਿਗਰੀ ਹੈ ਤਾਂ ਬੜੇ ਆਰਾਮ ਨਾਲ ਪਤਾ ਲੱਗ ਜੂਗਾ। ਜੇ 102 ਡਿਗਰੀ ਬੁਖਾਰ ਵੀ ਹੈ ਪਸ਼ੂ ਨੂੰ ਤਾਂ ਤੁਸੀਂ ਤੁਰੰਤ ਜਿਹੜਾ ਪਸ਼ੂ ਮਾਹਰ ਹੈ ਤੁਹਾਡੇ ਨੇੜੇ ਉਹਦੀ ਸਲਾਹ ਲੈਣੀ ਹੈ। ਆਪਣੇ ਆਪ ਕੋਈ ਵੀ ਅਸੀਂ ਇਲਾਜ ਨਹੀਂ ਕਰਨਾ। ਇਹ ਸਭ ਤੋਂ ਪਹਿਲੀ ਗੱਲ ਹੈ। ਦੂਜੇ ਨੰਬਰ 'ਤੇ ਤੁਸੀਂ ਇਹ ਧਿਆਨ ਰੱਖਣਾ ਹੈ ਵੀ ਤੁਹਾਡੇ ਪਸ਼ੂ ਦੇ ਵਿੱਚ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕੀਟੋਸਿਸ ਵੀ ਕਹਿ ਦਿੰਦੇ ਆ ਲੋਕ, ਜਾਂ ਨੈਗੇਟਿਵ એનર્ਜੀ ਬੈਲੈਂਸ ਕਹਿ ਦਿੰਦੇ ਆ, ਇਹਦਾ ਮਤਲਬ ਕੀ ਹੁੰਦਾ? ਇਹ 'ਚ ਦੋ ਚੀਜ਼ਾਂ ਹੁੰਦੀਆਂ। ਪਹਿਲੀ ਚੀਜ਼ ਇਹ ਹੁੰਦੀ ਹੈ ਵੀ ਪਸ਼ੂ ਦਾ ਜਿਹੜਾ ਸ਼ੂਗਰ ਲੈਵਲ ਹੈ
ਖੂਨ ਦੇ ਵਿੱਚ ਸ਼ੂਗਰ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ। ਅਕਸਰ ਇਹ ਜਿਹੇ ਪਸ਼ੂ ਦਾ ਨਾਲੋਂ ਨਾਲ ਵਜ਼ਨ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ। ਸੋ ਜਿਹੜੇ ਪਸ਼ੂ ਦਾ ਸ਼ੂਗਰ ਲੈਵਲ ਘਟਣਾ ਸ਼ੁਰੂ ਹੋ ਗਿਆ, ਉਹ ਸੁੱਕੀਆਂ ਚੀਜ਼ਾਂ ਮੰਨ ਲਓ ਤੂੜੀ ਖਾਊਗਾ, ਜ਼ਿਆਦਾ ਦਾਣਾ ਜਾਂ ਪੱਠੇ ਨਹੀਂ ਖਾਊਗਾ। ਇਹ ਬਹੁਤ ਹੀ ਵੱਡੀ ਨਿਸ਼ਾਨੀ ਹੈ। ਜੇ ਤੁਹਾਡਾ ਪਸ਼ੂ ਸੁੱਕੇ ਨੂੰ ਜ਼ਿਆਦਾ ਮੂੰਹ ਮਾਰਦਾ ਹੈ, ਤਾਜ਼ਾ ਸੂਆ ਪਸ਼ੂ, ਤਾਂ ਤੁਸੀਂ ਮੰਨ ਲਓ, ਇਹ ਸਮਝ ਲਓ ਵੀ ਉਹ ਪਸ਼ੂ ਦੇ ਵਿੱਚ ਹੁਣ ਵਜ਼ਨ ਵੀ ਘਟੂਗਾ। ਸੋ ਇਸ ਕਰਕੇ ਅਸੀਂ ਵਜ਼ਨ ਦਾ ਬਹੁਤ ਹੀ ਜ਼ਰੂਰੀ ਧਿਆਨ ਰੱਖਣਾ ਹੈ। ਜਿਹੜਾ ਪਸ਼ੂ ਸੂਣ ਤੋਂ ਬਾਅਦ 1 ਕੁਇੰਟਲ ਮਤਲਬ ਕਿ 100 ਕਿਲੋ ਤੋਂ ਵੱਧ ਵਜ਼ਨ ਘਟਾ ਗਿਆ, ਉਹਦਾ ਅਗਲਾ ਸੂਆ ਨਹੀਂ ਪੈਣਾ। ਸੋ ਇਸ ਕਰਕੇ ਅਸੀਂ ਉਸ ਵੇਲੇ ਤੁਰੰਤ ਜਿਹੜਾ ਸਾਡਾ ਖੁਰਾਕੀ ਮਾਹਰ ਹੈ ਜਾਂ ਸਾਡਾ ਨੇੜੇ ਦਾ ਇਲਾਕੇ ਦਾ ਜਿਹੜਾ ਪਸ਼ੂ ਭਾਗ ਦਾ ਮਾਹਰ ਹੈ, ਉਹਦੀ ਨਾਲ ਦੀ ਨਾਲ ਅਸੀਂ ਸਲਾਹ ਲੈ ਕੇ ਇਲਾਜ ਕਰਨਾ ਹੈ। ਕਿਉਂਕਿ ਕੀ ਹੁੰਦਾ ਹੈ, ਕਈ ਵਾਰੀ ਪਸ਼ੂ ਹੌਲੀ ਹੌਲੀ ਕਰਕੇ ਥੋੜ੍ਹਾ ਕਰਕੇ ਵਜ਼ਨ ਘਟਾਉਂਦਾ ਰਹਿੰਦਾ ਹੈ। ਇਹਨੂੰ ਪੁਰਾਣੇ ਸਮਿਆਂ 'ਚ ਦੁੱਧ ਦੀ ਖਾਰ ਕਿਹਾ ਜਾਂਦਾ ਸੀਗਾ, ਪਰ ਅਕਸਰ ਇਹ ਪਸ਼ੂ ਵਧੀਆ ਨਸਲ ਦੇ ਅਤੇ ਵਧੀਆ ਦੁੱਧ ਦੇਣ ਵਾਲੇ ਹੁੰਦੇ ਆ। ਸੋ ਇਸ ਕਰਕੇ ਅਸੀਂ ਜਦੋਂ ਪਸ਼ੂ ਸਾਨੂੰ ਲੱਗੇ ਵੀ ਸਾਡਾ ਪਸ਼ੂ ਵਜ਼ਨ ਘਟਾਉਣ ਲੱਗ ਗਿਆ, ਇਹਦਾ ਮਤਲਬ ਕੀ ਹੋਊਗਾ, ਪਸ਼ੂ ਦੀਆਂ ਤੁਹਾਨੂੰ ਪਸਲੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ। ਪਿੱਛੇ ਜਿਹੜੀ ਚੂਲੇ ਵਾਲੀ ਹੱਡੀਆਂ ਹੁੰਦੀਆਂ, ਚਾਰੇ ਹੱਡੀਆਂ ਜਿਹੜੀਆਂ ਹੈਗੀਆਂ ਚੂਲੇ ਦੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ, ਔਰ ਇੱਕਦਮ ਜਿਹੜਾ ਪਸ਼ੂ ਦਾ ਢਿੱਡ ਅੰਦਰ ਨੂੰ ਜਾਣਾ ਸ਼ੁਰੂ ਹੋ ਜਾਏਗਾ। ਇਹ ਬੜੀ ਖਤਰਨਾਕ ਪੋਜੀਸ਼ਨ ਹੈ। ਔਰ ਜੇ ਇੱਦਾਂ ਦਾ ਪਸ਼ੂ ਜ਼ਿਆਦਾ ਦੇਰ ਬੈਠਦਾ ਹੈ, ਮਤਲਬ ਕਿ ਖੜਾ ਘੱਟ ਰਹਿੰਦਾ ਹੈ, ਪਸ਼ੂ ਬੈਠਦਾ ਹੈ, ਦੁੱਧ ਚੋਣ ਤੋਂ ਬਾਅਦ ਤੁਰੰਤ ਬੈਠ ਜਾਂਦਾ ਹੈ, ਤਾਂ ਇਹ ਨਾਲ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਦੀ ਵੀ ਘਾਟ ਹੈ। ਜੇ ਤਿੰਨੇ ਘਾਟ ਵੀ ਨਾਲ ਆ ਗਈਆਂ ਤਾਂ ਤੁਸੀਂ ਮੰਨ ਕੇ ਚੱਲੋ ਵੀ ਤੁਹਾਡੀ ਖੁਰਾਕ ਦੇ ਵਿੱਚ ਬਹੁਤ ਹੀ ਵੱਡੀ ਗੜਬੜ ਹੈ। ਕਿਉਂਕਿ ਖੁਰਾਕ ਜਿਹੜੀ ਹੈਗੀ, ਖੁਰਾਕ ਹੀ ਸਮੱਸਿਆਵਾਂ ਦਾ ਹੱਲ ਹੈ। ਜੇ ਅਸੀਂ ਸਹੀ ਹਰ ਸਾਲ ਸੂਆ ਲੈਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਖੁਰਾਕ ਸਹੀ ਕਰਨੀ ਪਏਗੀ। ਉਹਦੇ ਵਾਸਤੇ ਮੇਨ ਇਹ ਹੈ ਵੀ ਪਸ਼ੂ 24 ਘੰਟੇ ਪਸ਼ੂ ਦੇ ਅੱਗੇ ਦਾਣਾ ਚਾਰਾ ਪਿਆ ਰਵੇ, ਔਰ ਪਸ਼ੂ ਨੂੰ ਜਿੰਨਾ ਪਸ਼ੂ ਦਾ ਦੁੱਧ ਹੈ, ਮੰਨ ਲਓ ਜੇ ਪਸ਼ੂ 10 ਕਿਲੋ ਦੁੱਧ ਦੇ ਰਿਹਾ ਹੈ ਤਾਂ ਉਹਨੂੰ ਘੱਟੋ ਘੱਟ 5 ਕਿਲੋ ਉਹ ਫੀਡ ਖਾਵੇ ਰੋਜ਼ ਦੀ। 30 ਕਿਲੋ ਤੱਕ ਜੇ ਤੁਹਾਡੇ ਕੋਲੇ ਮੱਕੀ ਦਾ ਅਚਾਰ ਹੈ ਤਾਂ ਬਹੁਤ ਹੀ ਵਧੀਆ, ਨਹੀਂ ਤਾਂ ਤੁਸੀਂ 30-40 ਕਿਲੋ ਤੱਕ ਹਰਾ ਚਾਰਾ। ਅੱਗੇ ਜਿਵੇਂ ਸਰਦੀਆਂ ਆ ਰਹੀਆਂ ਤਾਂ ਸਰਦੀਆਂ ਸਾਡੇ ਕੋਲੇ ਚਾਰਾ ਹੋਊਗਾ ਬਰਸੀਮ ਜਾਂ ਰਾਈਕਾ। ਬਰਸੀਮ ਜਾਂ ਰਾਈਕਾ ਦੀ ਦੇਖੋ, ਬਰਸੀਮ ਬਹੁਤ ਜ਼ਿਆਦਾ ਲੋਕ ਬੀਜਦੇ ਹੈ। ਬਰਸੀਮ ਨੂੰ ਚਾਰਿਆਂ ਦਾ ਰਾਜਾ ਕਿਹਾ ਜਾਂਦਾ ਹੈ। ਬਰਸੀਮ ਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦੀ ਹੈ, ਪਰ ਇਹ ਸਿਰਫ ਅਧੂਰੀ ਗੱਲ ਹੈ। ਇੱਥੇ ਤੱਕ ਅਸੀਂ ਗੱਲ ਕਰਦੇ ਹਾਂ। ਕਈ ਸਾਡੇ ਵੀਰ ਕੀ ਕਰਦੇ ਆ ਵੀ ਸਰਦੀਆਂ ਦੇ ਵਿੱਚ ਜਦੋਂ ਕੋਰਾ ਪੈਣਾ ਸ਼ੁਰੂ ਹੋ ਗਿਆ ਅੱਗੇ, ਤਾਂ ਬਰਸੀਮ ਦੇ ਵਿੱਚ ਅਸੀਂ ਯੂਰੀਆ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਯੂਰੀਏ ਦੀ ਜ਼ਰੂਰਤ ਬਰਸੀਮ ਨੂੰ ਨਹੀਂ ਹੁੰਦੀ। ਬਰਸੀਮ ਦਾ ਵਾਧਾ ਜਦੋਂ ਠੰਡ ਕਰਕੇ ਰੁਕ ਜਾਂਦਾ ਹੈ ਤਾਂ ਇਹ ਨਾਈਟ੍ਰੋਜਨ ਆਪਣੇ ਆਪ ਹੀ ਹਵਾ 'ਚੋਂ ਲੈਣੀ ਸ਼ੁਰੂ ਕਰ ਦਿੰਦਾ ਹੈ। ਸੋ ਇਸ ਕਰਕੇ ਬਰਸੀਮ ਨੂੰ ਬਿਨਾਂ ਮਤਲਬ ਯੂਰੀਆ ਨਹੀਂ ਪਾਉਣਾ। ਜੇ ਤੁਸੀਂ ਬਰਸੀਮ 'ਚ ਯੂਰੀਆ ਜ਼ਿਆਦਾ ਪਾਓਗੇ ਤਾਂ ਇਹ ਧਿਆਨ ਰੱਖੋ ਵੀ 15 ਤੋਂ 18% ਪ੍ਰੋਟੀਨ ਵਾਲੇ ਜਿਹੜੇ ਸਰਦੀਆਂ ਦੇ ਚਾਰੇ ਹੈ, ਜਿਹੜੇ ਅੱਗੇ ਸਾਡੇ ਕੋਲ ਚਾਰੇ ਆਉਣੇ ਹੈ, ਜੇ ਉਹਨਾਂ ਦੇ ਵਿੱਚ ਤੁਸੀਂ ਯੂਰੀਏ ਦੀ ਮਾਤਰਾ ਜਾਂ ਰੂੜੀ ਦੀ ਖਾਦ ਦੀ ਮਾਤਰਾ ਜ਼ਿਆਦਾ ਪਾਤੀ ਤੇ ਉਧਰੋਂ ਗਲਤੀ ਨਾਲ ਤੁਹਾਡੀ ਫੀਡ ਦੇ ਨਾਲ ਤੁਸੀਂ ਖਲ ਵੀ ਸ਼ੁਰੂ ਕਰ ਲਈ ਵੀ ਡੰਗਰ ਤਾਜ਼ਾ ਸੂਇਆ ਜੀ, ਇਹਨੂੰ ਫੀਡ ਵੀ ਪਾ ਦਿਓ, ਇਹਨੂੰ ਖਲ ਵੀ ਪਾ ਦਿਓ, ਤਾਂ ਖੂਨ ਦੇ ਵਿੱਚ ਯੂਰੀਏ ਦੀ ਮਾਤਰਾ ਵੱਧ ਜਾਣੀ ਹੈ। ਸਰਦੀਆਂ 'ਚ ਆਮ ਤੌਰ 'ਤੇ ਹੁੰਦਾ। ਇੱਕ ਇਹੋ ਜਿਹੀ ਸਮੱਸਿਆ ਜਿਹਦੇ ਬਾਰੇ ਬਹੁਤ ਸਾਰੇ ਪਸ਼ੂ ਪਾਲਕ, ਮੈਂ ਕਹੂੰਗਾ ਵੀ ਮੈਂ ਬਹੁਤ ਘੱਟ ਪਸ਼ੂ ਪਾਲਕ ਇਹੋ ਜਿਹੇ ਦੇਖੇ ਜਿਨ੍ਹਾਂ ਨੂੰ ਇਹ ਸਮੱਸਿਆ ਦਾ ਪਤਾ ਹੈ। ਇੱਕ ਤਾਂ ਬਰਸੀਮ ਦੇ ਵਿੱਚ ਉੱਲੀ ਬਹੁਤ ਜ਼ਿਆਦਾ ਹੁੰਦੀ ਹੈ, ਇਹ ਗੱਲ ਸਾਨੂੰ ਬਹੁਤ ਜ਼ਰੂਰੀ ਹੈ ਯਾਦ ਰੱਖਣੀ। ਦੂਜੀ, ਜੇ ਬਰਸੀਮ ਦੇ ਵਿੱਚ ਤੁਸੀਂ ਨਾਈਟ੍ਰੋਜਨ ਜ਼ਿਆਦਾ ਪਾਈ ਹੈ ਔਰ ਉੱਧਰੋਂ ਤੁਹਾਡੀ ਫੀਡ ਦੇ ਵਿੱਚ ਖਲ ਜ਼ਿਆਦਾ ਹੈ, ਜਾਂ ਤੁਸੀਂ ਪਸ਼ੂ ਦਾ ਦੁੱਧ ਵਧਾਉਣ ਵਾਸਤੇ ਫੀਡ ਦੇ ਨਾਲ ਬੜੇਮਿਆਂ ਦੀ ਜਾਂ ਸਰੋਂ ਦੀ ਖਲ ਪਾਉਣੀ ਸ਼ੁਰੂ ਕਰਤੀ, ਤਾਂ ਜਦੋਂ ਖੂਨ ਦੇ ਵਿੱਚ ਯੂਰੀਏ ਦੀ ਮਾਤਰਾ 25 ਮਿਲੀਗ੍ਰਾਮ ਡੈਸੀਲੀਟਰ ਤੋਂ 25 ਮਿਲੀਗ੍ਰਾਮ 100 ml ਦੇ ਹਿਸਾਬ ਨਾਲ ਟੱਪਣੀ ਸ਼ੁਰੂ ਹੋ ਗਈ, ਤੁਹਾਡਾ ਪਸ਼ੂ ਮੈਲੀਆਂ ਤਾਰਾਂ ਦਿੰਦਾ ਰਹੂਗਾ ਤੇ ਦਿੰਦਾ ਹੀ ਰਹੂਗਾ। ਜਿੰਨੀਆਂ ਮਰਜ਼ੀਆਂ ਦਵਾਈ ਭਰਾ ਲਓ, ਪਸ਼ੂ ਗੱਭਣ ਨਹੀਂ ਹੁੰਦਾ ਹੈਗਾ। ਇੱਕ ਇਹੋ ਜਿਹੀ ਸਮੱਸਿਆ ਅਸੀਂ ਦੇਖਦੇ ਹਾਂ ਵੀ ਜਦੋਂ ਸਰਦੀਆਂ ਦੇ ਵਿੱਚ ਸਾਡੇ ਪਸ਼ੂ ਤਾਰਾਂ ਸਾਫ਼ ਨਹੀਂ ਕਰਦੇ ਤਾਂ ਅਸੀਂ ਅਕਸਰ ਵਾਰ-ਵਾਰ ਦਵਾਈ ਭਰਾਉਂਦੇ ਹਾਂ।
ਔਰ ਇਹ ਦਵਾਈ ਭਰਾਉਣ ਨਾਲ ਕਈ ਵਾਰੀ ਮੈਂ ਕਹੂੰਗਾ ਬਹੁਤੀ ਵਾਰੀ ਮਸਲਾ ਨਹੀਂ ਹੱਲ ਹੁੰਦਾ, ਕਿਉਂਕਿ ਅਸੀਂ ਜਿਹੜੀ ਉਹਦੀ ਬਿਮਾਰੀ ਦੀ ਜੜ ਹੈ ਉਹ ਨਹੀਂ ਦੇਖੀ। ਸੋ ਸਰਦੀਆਂ ਦੇ ਵਿੱਚ 2-3 ਚੀਜ਼ਾਂ ਦਾ ਧਿਆਨ ਰੱਖਣਾ ਹੈ। ਇੱਕ ਤਾਂ ਜਿਨ੍ਹਾਂ ਨੇ ਬਰਸੀਮ ਨਹੀਂ ਬੀਜੀ ਹੈਗੀ ਜਾਂ ਹੁਣੀ ਬੀਜਿਆ, ਤੁਸੀਂ 1 ਕਿਲੋ ਨੀਲਾ ਥੋਥਾ ਚੰਗੀ ਤਰ੍ਹਾਂ ਪੀਸ ਕੇ ਉਹਨੂੰ ਕਿਸੇ ਵੀ ਚੀਜ਼ 'ਚ ਮਿਲਾ ਕੇ ਉਹਦਾ ਧੂੜਾ ਕਰ ਦੇਣਾ, ਕਿਉਂਕਿ ਸਰਦੀਆਂ ਦੇ ਵਿੱਚ ਜਿਹੜਾ ਕਾਪਰ ਸਲਫੇਟ ਹੈ ਜਾਂ ਨੀਲਾ ਥੋਥਾ ਹੈ, ਤਾਂਬੇ ਦੀ ਘਾਟ ਬਰਸੀਮ ਦੇ ਨਾਲ ਜਦੋਂ ਸਰਦੀ ਜ਼ਿਆਦਾ ਵੱਧ ਜਾਣੀ ਹੈ ਤਾਂ ਬਰਸੀਮ ਜਿਹੜਾ ਹੁੰਦਾ ਹੈ ਉਹ ਜ਼ਮੀਨ 'ਚੋਂ ਮੋਲੀਬਡੈਨਮ ਤੱਤ ਜ਼ਿਆਦਾ ਲੈਣ ਲੱਗ ਜਾਂਦਾ ਹੈ, ਔਰ ਮੋਲੀਬਡੈਨਮ ਤੱਤ ਜਦੋਂ ਬਰਸੀਮ ਜ਼ਿਆਦਾ ਲੈਂਦਾ ਹੈ ਤਾਂ ਤਾਂਬਾ ਘਟ ਜਾਂਦਾ ਹੈ, ਔਰ ਤਾਂਬੇ ਦੀ ਘਾਟ ਜਦੋਂ ਹੁੰਦੀ ਹੈ ਤਾਂ ਪਸ਼ੂ ਦਾ ਟੈਂਪਰੇਚਰ ਲੋ ਰਹਿੰਦਾ ਹੈ, ਤਾਪਮਾਨ ਸਰੀਰ ਦਾ ਲੋ ਰਹਿੰਦਾ, ਪਸ਼ੂ ਕੰਬਦੇ ਰਹਿੰਦੇ ਆ। ਸਵੇਰੇ ਉੱਠ ਕੇ ਤੁਸੀਂ ਦੇਖੋਗੇ ਦੁੱਧ ਘਟਦਾ ਪਸ਼ੂ ਦਾ। ਠੰਡਾ ਤੇ ਗਿੱਲਾ ਬਰਸੀਮ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਮੋਕ ਲੱਗ ਜਾਂਦੀ ਹੈ, ਔਰ ਫੰਗਸ ਜਿਹੜੀ ਬਰਸੀਮ 'ਚ ਜਾਂਦੀ ਹੈ ਉਹਦੇ ਨਾਲ ਜਿਹੜਾ ਹੁੰਦਾ ਪਸ਼ੂ ਦੀ ਹਾਰਮੋਨਲ ਡਿਸਟਰਬੈਂਸ ਹੋ ਜਾਂਦੀ ਹੈ। ਇਹ ਜਿਹੜੇ ਮਾਈਕੋਟੌਕਸਿਨ ਨੇ ਜਾਂ ਉੱਲੀ ਰੋਗ ਹੈ, ਇਹ ਹਾਰਮੋਨਲ ਡਿਸਟਰਬੈਂਸ ਦਾ ਬਹੁਤ ਵੱਡਾ ਕਾਰਨ ਹੈ। ਅਸੀਂ ਹਮੇਸ਼ਾ ਗੱਲ ਕਰਦੇ ਹਾਂ ਲਘੂ ਤੱਤਾਂ ਦੀ। ਲਘੂ ਤੱਤਾਂ ਬਾਰੇ ਆਪਾਂ ਪਹਿਲਾਂ ਵਿਸਥਾਰ 'ਚ ਗੱਲ ਕੀਤੀ ਹੈ, ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ। ਪਰ ਇਸ ਵੇਲੇ ਮੌਕੇ ਦੇ ਹਿਸਾਬ ਨਾਲ ਤੁਸੀਂ ਇਹ ਧਿਆਨ ਰੱਖਣਾ ਹੈ ਵੀ ਜਿਹੜਾ ਦਾਣਾ, ਪੱਠਾ, ਚਾਰਾ ਸਾਰਾ ਕੁਝ ਮਿਲਾ ਕੇ, ਤੂੜੀ ਮਿਲਾ ਕੇ, ਉਹ 'ਚ 16% ਤੋਂ ਵੱਧ ਪ੍ਰੋਟੀਨ ਨਹੀਂ ਹੋਣੀ ਚਾਹੀਦੀ। ਜੇ ਇਹ 'ਚ ਪ੍ਰੋਟੀਨ ਜ਼ਿਆਦਾ ਹੋਊਗੀ ਤਾਂ ਸਾਡਾ ਪਸ਼ੂ ਤਾਰਾਂ ਮੈਲੀਆਂ ਹੀ ਕਰੂਗਾ ਤੇ ਗੱਭਣ ਨਹੀਂ ਹੋਊਗਾ। ਦੂਜੇ ਨੰਬਰ 'ਤੇ ਬਰਸੀਮ ਨੂੰ ਹਮੇਸ਼ਾ ਤੁਸੀਂ ਧੁੱਪ ਲਵਾ ਕੇ ਥੋੜ੍ਹਾ ਸੁਕਾ ਕੇ ਪਾਓ। 1-2 ਦਿਨ ਬਰਸੀਮ ਜਿੰਨਾ ਥੋੜ੍ਹਾ ਸੁੱਕਿਆ ਹੋਏਗਾ ਉਹ 'ਚ ਪਾਣੀ ਦੀ ਮਾਤਰਾ, ਕਿਉਂਕਿ ਬਰਸੀਮ 'ਚ 80-85% ਪਾਣੀ ਹੁੰਦਾ ਹੈ। ਜੇ ਪਸ਼ੂ ਨੇ 10 ਕਿਲੋ ਬਰਸੀਮ ਖਾ ਲਿਆ ਤਾਂ 1.5 ਕਿਲੋ ਉਹਨੇ ਬਰਸੀਮ ਖਾਧਾ, 8-8.5 ਕਿਲੋ ਉਹਨੇ ਠੰਡਾ ਪਾਣੀ ਪੀਤਾ, ਜਿਹਦਾ ਕਿ ਬਹੁਤ ਜ਼ਿਆਦਾ ਨੁਕਸਾਨ ਹੈ। ਔਰ ਇਹ ਸਾਡਾ ਸਰਦੀਆਂ ਦੇ ਵਿੱਚ ਸਭ ਤੋਂ ਵੱਡੀ ਵਜ੍ਹਾ ਹੈ ਜਿਹਦੇ ਕਰਕੇ ਪਸ਼ੂ ਗੱਭਣ ਨਹੀਂ ਹੁੰਦੇ। ਸੋ ਇਹ ਤੁਸੀਂ ਗੱਲ ਦਾ 100% ਧਿਆਨ ਰੱਖਣਾ ਹੈ। ਆਪਣੇ ਖੁਰਾਕੀ ਮਾਹਰ ਨਾਲ ਜਾਂ ਪਸ਼ੂ ਪਾਲਣ ਵਿਭਾਗ ਦੇ ਮਾਹਰ ਨਾਲ ਜਾਂ ਨੇੜੇ ਕੋਈ ਅਗਾਂਹ-ਵਧੂ ਪ੍ਰੋਗਰੈਸਿਵ ਫਾਰਮਰ ਨਾਲ ਤੁਸੀਂ ਇਹ ਗੱਲ ਕਰਦੇ ਰਹਿਣਾ ਹੈ, ਔਰ ਇਸ ਚੀਜ਼ ਦਾ ਧਿਆਨ ਰੱਖਣਾ ਵੀ ਹਾਈ ਪ੍ਰੋਟੀਨ ਹੈ ਜਿਹੜੀ ਸਰਦੀਆਂ 'ਚ ਨੁਕਸਾਨ ਜ਼ਿਆਦਾ ਕਰਦੀ ਹੈ, ਫਾਇਦਾ ਘੱਟ ਕਰਦੀ ਹੈ। ਅਗਲੀ ਗੱਲ ਹੈ ਵੀ ਜਦੋਂ ਤੁਸੀਂ ਟੀਕਾ ਭਰਾਉਣਾ ਹੈ, ਇਸ ਗੱਲ ਦਾ ਧਿਆਨ ਰੱਖਣਾ ਵੀ ਪਸ਼ੂ ਨੂੰ ਮੋਕ ਤਾਂ ਨਹੀਂ ਲੱਗੀ ਵੀ ਜਾਂ ਪਸ਼ੂ ਨੂੰ ਬੰਨ ਤਾਂ ਨਹੀਂ ਪਿਆ। ਇਹਦਾ ਮਤਲਬ ਜਦੋਂ ਪੇਟ 'ਚ ਖਰਾਬੀ ਹੈ, ਜੇ ਪਸ਼ੂ ਦੇ ਉਸ ਵੇਲੇ ਟੀਕਾ ਭਰਾਓਗੇ 100% ਪਸ਼ੂ ਮਿਸ ਕਰੂਗਾ। ਤੀਜੀ ਗੱਲ ਜਿਵੇਂ ਆਪਾਂ ਪਹਿਲਾਂ ਵੀ ਕੀਤੀ ਹੈ ਵੀ ਜਦੋਂ ਸਾਡਾ ਪਸ਼ੂ ਹੀਟ ਦੇ ਵਿੱਚ ਆਉਂਦਾ ਹੈ, ਜੇ ਅਸੀਂ ਸਰਦੀਆਂ ਦੇ ਵਿੱਚ ਟੀਕਾ ਭਰਾਉਣ ਦਾ, ਅਕਸਰ ਸਰਦੀਆਂ 'ਚ ਪਸ਼ੂਆਂ ਦੀ ਹੀਟ ਜਿਹੜੇ ਹੁਣ ਅੱਗੇ ਸਮਾਂ ਆਉਣਾ ਕਾਫੀ ਲੰਬੀ ਹੁੰਦੀ ਹੈ, ਗਾਵਾਂ 'ਚ ਖਾਸ ਕਰਕੇ। ਮੱਝਾਂ 'ਚ ਇੰਨੀ ਸਮੱਸਿਆ ਨਹੀਂ ਆਉਂਦੀ, ਪਰ ਮੱਝਾਂ 'ਚ ਸਮੱਸਿਆ ਇਹ ਹੈ ਵੀ ਮੱਝਾਂ ਜੇ ਅਸੀਂ ਸਵੇਰੇ ਦੇਖ ਲਈ, ਮੰਨ ਲਓ 4-5 ਵਜੇ 6 ਵਜੇ, ਤਾਂ 12 ਵਜੇ ਤੋਂ ਪਹਿਲਾਂ ਟੀਕਾ ਲਵਾ ਦੇਣਾ, ਸ਼ਾਮ ਤੱਕ ਨਹੀਂ ਡਿੱਕੀ ਜਾਣਾ। 6 ਵਜੇ ਤੁਸੀਂ ਆਪਣੇ ਨੇੜੇ ਜਿਹੜਾ ਤੁਹਾਡਾ AI ਟੈਕਨੀਸ਼ੀਅਨ ਹੈ ਉਹਨੂੰ ਫੋਨ ਕਰ ਦਿਓ ਵੀ ਭਾਈ ਸਾਡੇ 7-8 ਵਜੇ ਤੱਕ 9 ਵਜੇ ਤੱਕ ਟੀਕਾ ਲਾ ਦੀ, ਸ਼ਾਮ ਤੱਕ ਨਹੀਂ ਡਿੱਕੀ ਜਾਣਾ। ਜੇ ਸ਼ਾਮ ਤੱਕ ਤਾਰਾਂ ਰਹਿੰਦੀਆਂ ਤਾਂ ਸ਼ਾਮ ਨੂੰ ਇੱਕ ਟੀਕਾ ਹੋਰ ਲਵਾ ਸਕਦੇ ਹੋ। ਮੱਝਾਂ 'ਚ ਇਸ ਗੱਲ ਦਾ ਧਿਆਨ ਰੱਖਣਾ। ਗਾਵਾਂ ਦੇ ਵਿੱਚ ਅਸੀਂ ਥੋੜ੍ਹਾ ਠਹਿਰਾਵ ਰੱਖਣਾ ਹੈ। ਗਾਂ ਜੇ ਅਸੀਂ ਸਵੇਰੇ ਦੇਖੀ ਹੈ ਤਾਂ ਅਸੀਂ ਸ਼ਾਮ ਨੂੰ ਟੀਕਾ ਲਵਾਉਣਾ ਹੈ, ਜੇ ਸ਼ਾਮ ਨੂੰ ਦੇਖੀ ਹੈ ਤਾਂ ਅਸੀਂ ਅਗਲੇ ਦਿਨ ਸਵੇਰੇ ਟੀਕਾ ਲਵਾਉਣਾ ਹੈ। ਇਹ ਗੱਲ ਧਿਆਨ ਰੱਖਿਆ ਕਰੋ। ਜਿਵੇਂ ਅਸੀਂ ਬਹੁਤ ਸਾਰਾ ਚੀਜ਼ ਕਿਤਾਬਾਂ 'ਚ ਵੀ ਪੜ੍ਹਦੇ ਹਾਂ ਵੀ ਅਸੀਂ ਪਸ਼ੂ ਜਦੋਂ ਵੇਖਿਆ, ਇਹ ਹੋ ਸਕਦਾ ਹੈ ਵੀ ਉਹਨੂੰ ਹੀਟ ਚਾਹੇ ਨੂੰ 7-8 ਘੰਟੇ ਹੋ ਸਕਣ। ਮੰਨ ਲਓ ਪਸ਼ੂ ਰਾਤ ਦਾ ਬੋਲਿਆ ਹੋਇਆ, ਅਸੀਂ ਦੇਖਿਆ ਸਵੇਰੇ, ਤਾਂ ਤੁਸੀਂ ਇਹ ਦੇਖ ਲਓ ਵੀ ਜੇ ਤਾਰਾਂ ਪਤਲੀਆਂ ਤੇ ਲੰਮੀਆਂ ਹੋ ਗਈਆਂ, ਤਾਰਾਂ ਪਤਲੀਆਂ ਤੇ ਲੰਮੀਆਂ ਹੋ ਗਈਆਂ, ਥੱਲੇ ਤੱਕ ਜਾ ਰਹੀਆਂ, ਟੁੱਟਦੀਆਂ ਨਹੀਂ ਹੈਗੀਆਂ, ਤਾਂ ਬਿਲਕੁਲ ਸਹੀ ਸਮੇਂ ਜੀ ਟੀਕਾ ਭਰਾਉਣ ਦਾ। ਕਿਉਂਕਿ ਜਿਹੜਾ ਆਂਡਾ ਹੁੰਦਾ ਹੈ ਉਹਦੀ ਲਾਈਫ ਹੁੰਦੀ ਹੈ 12 ਘੰਟੇ, ਸਪਰਮ ਦੀ ਲਾਈਫ ਹੁੰਦੀ ਹੈ, ਸ਼ੁਕਰਾਣੂ ਹੁੰਦੇ ਆ 24 ਘੰਟੇ, ਪਰ ਸ਼ੁਕਰਾਣੂਆਂ ਨੂੰ 6 ਘੰਟੇ ਅੰਦਰ ਜਾ ਕੇ ਐਕਟੀਵੇਟ ਹੋਣ ਨੂੰ ਲੱਗ ਜਾਂਦੇ, ਜਿਹਨੂੰ ਅਸੀਂ ਕਪੈਸੀਟੇਸ਼ਨ ਕਹਿੰਦੇ ਹਾਂ। ਸੋ ਇਸ ਕਰਕੇ ਛੋਟੀਆਂ ਗਲਤੀਆਂ ਦੇ ਵੱਲ ਆਪਾਂ ਧਿਆਨ ਦਈਏ। ਮੈਂ ਬਹੁਤ ਵਾਰ ਦੇਖਦਾ ਹਾਂ ਵੀ ਸਾਡੇ ਵੀਰ ਜਦੋਂ ਪਸ਼ੂ ਗੱਭਣ ਨਹੀਂ ਹੁੰਦਾ ਜਾਂ ਫੀਡ 'ਚ ਨੁਕਸ ਕੱਢਦੇ ਆ ਜਾਂ ਗਾਂ 'ਚ ਨੁਕਸ ਕੱਢਦੇ ਆ। ਪਰ ਇੱਕ ਹੋਰ ਵੱਡਾ ਕਾਰਨ ਵੀ ਹੈ, ਉਹ ਹੈਗਾ ਸਹੀ ਸਮੇਂ 'ਤੇ ਟੀਕਾ ਨਾ ਲਵਾਉਣਾ। ਦੂਜਾ, ਸਹੀ ਤਰੀਕੇ ਨਾਲ ਟੀਕਾ ਨਾ ਲੱਭਣਾ।
ਜੇ ਤੁਹਾਡੇ ਕੋਲ 10 ਤੋਂ ਵੱਧ ਪਸ਼ੂ ਹੈ ਤਾਂ ਆਪਣੀ AI ਗਨ ਰੱਖੋ, 1000-1200 ਰੁਪਏ ਦੀ ਆਉਂਦੀ ਹੈ। ਉਹ ਤੁਸੀਂ ਗਨ ਨੂੰ ਟੀਕਾ ਭਰਾਉਣ ਤੋਂ ਪਹਿਲਾਂ ਹਮੇਸ਼ਾ ਹੀ ਜਿਹੜਾ ਆਪਣਾ ਗੈਸ ਸਿਲੰਡਰ ਹੈ, ਚੁੱਲ੍ਹੇ ਵਾਲੀ ਆਪਣੀ LPG ਗੈਸ ਹੈ, ਉਹਦੇ ਵਿੱਚੋਂ ਜੇ ਮੰਨ ਲਓ ਇਹ ਸਾਡੀ ਗਨ ਹੈ ਤਾਂ ਤੁਸੀਂ ਇਸ ਗਨ ਨੂੰ ਇੱਕ ਵਾਰੀ ਇੱਦਾਂ ਕਰਕੇ ਜਿਹੜੀ ਨੀਲੀ ਲਾਟ ਹੈ ਉਹਦੇ ਵਿੱਚੋਂ ਜ਼ਰੂਰ ਲੰਘਾਉਣਾ ਹੈਗਾ, ਤਾਂ ਕਿ ਉਹ ਗਨ ਦੇ ਵਿੱਚ ਜੇ ਕੋਈ ਇਨਫੈਕਸ਼ਨ ਹੈ ਤਾਂ ਉਹ ਸਾਫ਼ ਹੋ ਜੇ। ਧੋਣਾ ਨਹੀਂ ਹੈਗਾ ਗਨ ਨੂੰ। ਪਾਣੀ ਦਾ ਇੱਕ ਤੁਪਕਾ, ਸੀਮਨ ਦੀ ਮਾਤਰਾ ਹੁੰਦੀ ਹੈ 0.25 ml, 1 ml ਦਾ ਚੌਥਾ ਹਿੱਸਾ। ਜੇ ਪਾਣੀ ਇੱਕ ਤੁਪਕਾ ਵੀ ਚਲਾ ਗਿਆ ਤਾਂ ਤੁਹਾਡੇ ਜੀ ਪਸ਼ੂ ਨੇ ਗੱਭਣ ਨਹੀਂ ਹੋਣਾ। ਨੁਕਸ ਆਪਾਂ ਕਿਤੇ ਹੋਰ ਲੱਭਦੇ ਰਹਿਣਾ, ਗਲਤੀ ਕਿਤੇ ਹੋਰ ਹੈ। ਦੂਜੀ ਗੱਲ, ਜਿਹੜਾ ਵੀ ਡਾਕਟਰ ਸਾਡੇ ਟੀਕਾ ਭਰਨ ਆ ਰਿਹਾ ਹੈ, ਭਾਵੇਂ ਉਹ ਸਰਕਾਰੀ ਮਾਹਰ ਹੈ ਭਾਵੇਂ ਕੋਈ ਪ੍ਰਾਈਵੇਟ ਹੈ ਜੀ, ਤੁਸੀਂ ਪਾਣੀ ਉਹਨੂੰ ਕੋਸਾ ਕਰਕੇ ਥਰਮਾਮੀਟਰ ਰੱਖੋ ਘਰੇ ਇੱਕ। ਇਹ ਚੀਜ਼ਾਂ ਦਾ ਖਰਚਾ ਇੱਕ ਪਸ਼ੂ ਮਿਸ ਹੋ ਜੇ ਤਾਂ ਦੇ ਲਓ ਲੈਣੇ ਦੇ ਦੇਣੇ ਪੈ ਜਾਂਦੇ ਆ। ਜਿੰਨਾ ਪਸ਼ੂ ਦਾ ਤਾਪਮਾਨ ਹੈ ਲਗਭਗ 37-38 ਡਿਗਰੀ, ਪਾਣੀ ਦਾ ਤਾਪਮਾਨ ਵੀ ਉਦਾਂ ਹੀ ਹੋਣਾ ਚਾਹੀਦਾ ਹੈ। ਗਰਮੀਆਂ 'ਚ ਅਕਸਰ ਪਾਣੀ ਕਈ ਵਾਰੀ ਬਹੁਤ ਗਰਮ ਹੁੰਦਾ ਹੈ, ਸਰਦੀਆਂ 'ਚ ਅਕਸਰ ਪਾਣੀ ਕਈ ਵਾਰੀ ਬਹੁਤ ਠੰਡਾ ਹੁੰਦਾ ਹੈ। ਸਾਡੇ ਵੀਰ ਕੀ ਕਰਦੇ ਆ, ਮੋਟਰ ਚਲਾ ਕੇ ਤਾਜ਼ਾ ਪਾਣੀ ਕੱਢ ਲੈਂਦੇ, ਪਰ ਤਾਜ਼ਾ ਪਾਣੀ ਕਈ ਵਾਰੀ ਗਰਮੀਆਂ 'ਚ, ਸਰਦੀਆਂ ਦੇ ਵਿੱਚ ਕਈ ਵਾਰੀ ਤਾਜ਼ੇ ਪਾਣੀ ਦਾ ਟੈਂਪਰੇਚਰ 25-26 ਡਿਗਰੀ ਹੁੰਦਾ ਹੈਗਾ। ਸੋ ਜਿਹੜਾ ਕਿ 12-13 ਡਿਗਰੀ ਦਾ ਫਰਕ ਹੈ। ਜੇ ਤੁਹਾਡਾ ਟੈਂਪਰੇਚਰ ਦਾ ਫਰਕ, ਪਾਣੀ ਦੇ ਤਾਪਮਾਨ ਦਾ ਫਰਕ ਇੰਨਾ ਜ਼ਿਆਦਾ ਹੈ ਤਾਂ ਤੁਸੀਂ ਮੰਨ ਕੇ ਚੱਲੋ ਵੀ ਤੁਹਾਡਾ ਟੀਕਾ ਤਾਂ ਵਿਚਾਰਾ ਪਾਣੀ 'ਚ ਹੀ ਖਤਮ ਹੋ ਜਾਊਗਾ। ਫਿਰ ਕੱਲ੍ਹ ਨੂੰ ਆਪਾਂ ਨੁਕਸ ਕੱਢੀ ਜਾਣੇ ਆ, ਜਾਂ ਡਾਕਟਰ ਦੇ ਵਿੱਚ, ਜਾਂ ਫੀਡ ਦੇ ਵਿੱਚ, ਜਾਂ ਗਾਂ ਦੇ ਵਿੱਚ। ਸੋ ਇਹ ਗੱਲ ਦਾ ਧਿਆਨ ਰੱਖਣਾ। ਪਾਣੀ ਤੁਸੀਂ ਸਾਫ਼ ਪਾਣੀ ਆਪਣੀ ਰਸੋਈ 'ਚੋਂ ਆਪ ਕੋਸਾ ਕਰਕੇ, ਥਰਮਾਮੀਟਰ ਮਿਲ ਜਾਂਦੇ ਆ ਬਾਜ਼ਾਰ 'ਚ, ਜੇ 10-15 ਪਸ਼ੂ ਹੈਗੇ ਨਾ, ਥਰਮਾਮੀਟਰ ਲਿਆ ਕੇ ਰੱਖੋ ਪਾਣੀ ਚੈੱਕ ਕਰਨ ਵਾਲਾ। ਜ਼ਿਆਦਾ ਠੰਡਾ ਜਾਂ ਜ਼ਿਆਦਾ ਗਰਮ ਪਾਣੀ ਜੇ ਦਿਓਗੇ ਤਾਂ ਉਹਦਾ ਨੁਕਸਾਨ ਤੁਹਾਨੂੰ ਹੋਣਾ ਹੈ, ਕਿਉਂਕਿ ਜਿਹੜਾ ਤੁਸੀਂ ਟੀਕਾ ਲਵਾ ਲਿਆ ਉਹਦੇ ਪੈਸੇ ਤੁਹਾਨੂੰ ਦੇਣੇ ਪੈਣੇ ਆ। ਪਰ ਤੁਹਾਡਾ ਪਸ਼ੂ ਜੇ ਗੱਭਣ ਨਾ ਹੋਇਆ, ਇੱਕ ਹੀਟ ਜੇ ਦੁਬਾਰਾ ਪਸ਼ੂ ਆ ਜਾਂਦਾ 21 ਦਿਨ, ਦੁਬਾਰਾ ਪਸ਼ੂ 21 ਦਿਨ ਵਿੱਚੋਂ ਬੋਲ ਪੈਂਦਾ, ਤਾਂ ਮਾਹਰ ਇਹ ਕਹਿੰਦੇ ਹੈ ਵੀ 5000 ਰੁਪਏ ਦੇ ਨੇੜੇ ਤੇੜੇ ਨੁਕਸਾਨ ਹੋ ਜਾਂਦਾ, ਮਤਲਬ ਕਿ 250 ਰੁਪਇਆ ਰੋਜ਼ ਦਾ ਹੋ ਗਿਆ। ਸੋ ਇਸ ਕਰਕੇ ਜੀ ਇਸ ਗੱਲ ਦਾ ਧਿਆਨ ਰੱਖਣਾ। ਛੋਟੀ ਜਿਹੀ ਗੱਲ ਹੈ ਪਰ ਧਿਆਨ ਰੱਖਣਾ। ਦੂਜਾ, ਪਸ਼ੂ ਦਾ ਪਿੱਛਾ ਚੰਗੀ ਤਰ੍ਹਾਂ ਡਾਕਟਰ ਦੇ ਆਉਣ ਤੋਂ ਪਹਿਲਾਂ ਧੋ ਕੇ ਪੂੰਝ ਦੇਣਾ ਚੰਗੀ ਤਰ੍ਹਾਂ। ਮਤਲਬ ਕਿ ਇਹ ਨਹੀਂ ਹੈਗਾ ਵੀ ਤੁਸੀਂ ਡਾਕਟਰ ਦੇ ਆਏ ਤੁਸੀਂ ਸਾਰਾ ਕੁਝ ਕਰਨਾ ਹੈ। ਸੋ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ ਜੀ, ਕਿਉਂਕਿ ਅਸੀਂ ਕਈ ਵਾਰੀ ਮੈਂ ਦੇਖਦਾ ਵੀ ਪਸ਼ੂ ਪਾਲਕ ਪਸ਼ੂ ਟੀਕਾ ਲਾਉਂਦੇ ਪਸ਼ੂ ਇੱਕ ਤਾਂ ਡਰਿਆ ਵੀ ਹੁੰਦਾ, ਉੱਪਰੇ ਬੰਦੇ ਕਰਕੇ ਗੋਹਾ ਕਰਨਾ ਸ਼ੁਰੂ ਕਰ ਦਿੰਦਾ। ਦੇਖੋ, ਜੇ 5-7 ਗ੍ਰਾਮ ਗੋਹਾ ਅੰਦਰ ਚਲਾ ਗਿਆ ਟੀਕਾ ਭਰਦੇ, ਤਾਂ ਮੰਨ ਕੇ ਚੱਲੋ ਵੀ ਪਸ਼ੂ ਗੱਭਣ ਨਹੀਂ ਹੋਏਗਾ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਵੀ ਪਸ਼ੂ ਦੇ ਵਿੱਚ ਜਿਹੜੀ ਇਨਫੈਕਸ਼ਨ ਹੋ ਜਾਣੀ ਹੈ, ਉਹ ਤੁਹਾਡਾ 5-7 ਗ੍ਰਾਮ ਗੋਹਾ ਹੋ ਸਕਦਾ ਤੁਹਾਨੂੰ 5-7 ਹਜ਼ਾਰ 'ਚ ਪਵੇ। ਸੋ ਇਸ ਕਰਕੇ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ, ਕਿਉਂਕਿ ਇਹ ਛੋਟੀਆਂ-ਛੋਟੀਆਂ ਗਲਤੀਆਂ ਜਿਹੜੀਆਂ ਹੈਗੀਆਂ ਨਾ, ਸਾਨੂੰ ਬਹੁਤ ਜ਼ਿਆਦਾ ਮਹਿੰਗੀਆਂ ਪੈਂਦੀਆਂ। ਦੇਖੋ, ਟੀਕਾ ਲਵਾਉਣ ਲੱਗੇ ਇਹ ਕੁਝ ਮੁੱਢਲੀਆਂ ਚੀਜ਼ਾਂ ਨੇ ਹਲੇ ਜਿਹਨੇ ਆਪਾਂ ਕੀਤੀਆਂ। ਅਗਲੇ ਵਾਰੀ ਆਪਾਂ ਇਸ ਤੋਂ ਐਡਵਾਂਸ ਗੱਲਾਂ ਵੀ ਕਰਾਂਗੇ, ਪਰ ਮੁੱਢਲੀਆਂ ਚੀਜ਼ਾਂ ਦੀ ਅੱਜ ਬਹੁਤ ਵੱਡੀ ਸਮੱਸਿਆ ਹੈ। ਇਹਦੇ ਨਾਲ ਹੀ ਤੁਸੀਂ ਦੇਖੋ, ਇਹ ਧਿਆਨ ਰੱਖਣਾ ਹੈ ਜਿਹੜਾ ਸੀਮਨ ਸਿਲੈਕਸ਼ਨ ਹੈ। ਸੀਮਨ ਸਿਲੈਕਸ਼ਨ ਤੁਹਾਨੂੰ ਪਤਾ ਹੈ ਵੀ ਪੰਜਾਬ, ਹਰਿਆਣਾ ਜਿਹੜਾ ਹੈਗਾ, ਹੁਣ ਸੀਮਨ ਦੀ ਬੜੀ ਵੱਡੀ ਮਾਰਕੀਟ ਬਣ ਗਈ ਹੈ। ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਇੱਥੇ ਆ ਕੇ ਮਤਲਬ ਕਿ ਉਹਨਾਂ ਨੇ ਬਹੁਤ ਸਾਰਾ ਸੀਮਨ ਵੇਚਿਆ, ਉਹ ਵੇਚ ਵੀ ਰਹੀ ਹੈ। 1000, 1500, 2000, 2500 ਰੁਪਏ ਦੇ ਸਟਰਾ ਵੀ ਅਸੀਂ ਲਵਾਉਣੇ ਹੈ। ਪਰ ਇਹ ਗੱਲ ਯਾਦ ਰੱਖੋ ਵੀ ਅਸੀਂ ਸੀਮਨ ਸਿਲੈਕਸ਼ਨ ਇੱਦਾਂ ਕਰਨੀ ਹੈ। ਨੰਬਰ 1, ਪਸ਼ੂ 'ਚ ਲੰਗੜਾਪਣ ਨਾ ਵਧੇ ਜੀ, ਪੈਰ ਵਧੀਆ ਰਹਿਣ। ਮਜ਼ਬੂਤ ਪੈਰਾਂ ਵਾਲਾ ਪਸ਼ੂ ਹੀ ਜਲਦੀ ਗੱਭਣ ਹੋਊਗਾ, ਲੰਗੜਾ ਪਸ਼ੂ ਕਦੇ ਵੀ ਗੱਭਣ ਨਹੀਂ ਹੁੰਦਾ। ਦੂਜੇ ਨੰਬਰ 'ਤੇ ਅਸੀਂ ਇਹ ਧਿਆਨ ਰੱਖਣਾ ਜੀ ਵੀ ਜਿਹੜਾ ਪਸ਼ੂ ਦਾ ਚੱਡਾ ਹੈ, ਅਗਲੀ ਪੀੜ੍ਹੀ 'ਚ ਅਸੀਂ ਸੀਮਨ ਸਿਲੈਕਸ਼ਨ ਇੱਦਾਂ ਕਰੀਏ ਵੀ 35-40 HF ਗਾਵਾਂ 'ਚ ਅਤੇ 15-20 ਲੀਟਰ ਜਰਸੀ ਗਾਵਾਂ 'ਚ, ਜਾਂ 25 ਲੀਟਰ ਤੱਕ ਜੇ ਕ੍ਰੋਸ ਹੈ ਤਾਂ 30 ਲੀਟਰ ਦੇ ਵਿੱਚ। ਔਰ ਮੱਝਾਂ ਦੇ ਵਿੱਚ ਸਾਡੀ ਜਿਹੜੀ ਹੈਗੀ ਨਸਲ, ਜਿਹੜੀ ਹੈਗੀ ਮੱਝਾਂ ਦੇ ਵਿੱਚ ਅਸੀਂ ਨਸਲ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ, ਕਿਉਂਕਿ ਮੱਝਾਂ 'ਚ ਫੈਟ ਦੀ ਸਮੱਸਿਆ ਇੰਨੀ ਜ਼ਿਆਦਾ ਨਹੀਂ ਆਉਂਦੀ ਹੈਗੀ। ਇਸ ਕਰਕੇ ਨਸਲ ਮੱਝਾਂ 'ਚ ਮੁਰਾ ਤਾਂ ਮੁਰਾ ਵਾਲਾ ਸੀਮਨ ਲਓ, ਨੀਲੀ ਰਾਵੀ ਹੈ ਤਾਂ ਨੀਲੀ ਰਾਵੀ ਵਾਲਾ। ਕਈ ਵੀਰ ਸਾਡੇ ਜਾਫਰਾਬਾਦੀ ਵਾਲੇ ਤਜਰਬੇ ਕਰੀ ਜਾਂਦੇ ਆ ਜਿਹੜੇ, ਉਹ ਸਹੀ ਨਹੀਂ ਹੈਗਾ। ਮਤਲਬ ਕਿ ਇਹ ਚੀਜ਼ਾਂ ਨਾਲ ਸਾਡਾ ਲੰਬੇ ਸਮੇਂ 'ਚ ਕੰਮ ਨਹੀਂ ਚੱਲਣਾ ਹੈਗਾ। ਪਿਓਰ ਬਰੀਡ ਮੇਨਟੇਨ ਕਰਨੀ ਜ਼ਰੂਰੀ ਹੈ ਮੱਝਾਂ 'ਚ, ਪਰ ਗਾਵਾਂ 'ਚ ਤੁਸੀਂ ਫੈਟ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ। ਫੈਟ ਸਹੀ ਹੋਵੇ
ਨੰਬਰ 1। ਨੰਬਰ 2, ਮੈਸਟਾਈਟਸ ਦਾ ਇੰਸੀਡੈਂਟ, ਮੈਸਟਾਈਟਸ ਘੱਟ ਤੋਂ ਘੱਟ ਹੋਵੇ, ਉਹਦੇ ਵਾਸਤੇ ਚੱਡਾ ਮਜ਼ਬੂਤ ਹੋਵੇ, ਲੰਕਮਾਣਾ ਹੋਵੇ। ਔਰ ਤੀਜੇ ਨੰਬਰ 'ਤੇ ਲੰਗੜਾਪਣ ਘੱਟ ਤੋਂ ਘੱਟ ਹੋਵੇ। ਇਹਦੇ ਵਾਸਤੇ ਜਿਹੜੇ ਸਾਡੇ ਅਗਾਂਹ-ਵਧੂ ਪਸ਼ੂ ਪਾਲਕ ਨੇ ਉਹ ਇੱਕ ਲਿਮਿਟ ਰੱਖਣ ਵੀ ਅਸੀਂ ਇਸ ਤੋਂ ਅੱਗੇ ਹੁਣ ਦੁੱਧ ਦੀ ਕੁਆਲਿਟੀ ਵੱਲ ਧਿਆਨ ਦੇਣਾ, ਦੁੱਧ ਦੀ ਮਾਤਰਾ ਵੱਲ ਨਹੀਂ ਧਿਆਨ ਦੇਣਾ ਹੈਗਾ। ਜਿਹੜੇ ਸਾਡੇ ਛੋਟੇ ਪਸ਼ੂ ਪਾਲਕ ਹੈ ਉਹਨਾਂ ਵਾਸਤੇ ਸਾਡੇ ਕੋਲੇ HF ਦਾ ਪੰਜਾਬ ਸਰਕਾਰ 'ਚ ਵੀ, ਹਰਿਆਣਾ 'ਚ ਵੀ, ਬਾਕੀ ਆਲੇ ਦੁਆਲੇ ਸਟੇਟਾਂ ਦੇ ਵਿੱਚ ਵੀ ETT ਜਿਹੜਾ ਹੈਗਾ ਐਂਬਰੀਓ ਟੈਸਟਡ ਜਿਹੜਾ ਸੀਮਨ ਹੈਗਾ ਉਹ ਉਪਲਬਧ ਹੈ। 14,000 ਲੀਟਰ ਜਿਹੜਾ ਹੈਗਾ ਡੈਮ ਯੀਲਡ ਵਾਲਾ ਸੀਮਨ ਹੈ ਉਹ ਸਿਰਫ 35 ਰੁਪਏ ਦਾ ਉਪਲਬਧ ਹੈ। ਅਗਰ ਤੁਸੀਂ ਬਾਜ਼ਾਰੋਂ ਇਹ ਸੀਮਨ ਲੈਣ ਜਾਓਗੇ ਹੋ ਸਕਦਾ ਤੁਹਾਨੂੰ ਕੋਈ 500, 700 ਜਾਂ 1000 ਰੁਪਏ ਦਾ ਹੀ ਚੇਪ ਦੇ। ਸੋ ਇਸ ਕਰਕੇ ਇਹ ਫਾਲਤੂ ਲੁੱਟ ਤੋਂ ਆਪਾਂ ਬਚੀਏ, ਆਪਣੀਆਂ ਚੀਜ਼ਾਂ 'ਤੇ ਭਰੋਸਾ ਕਰਨਾ ਸਿੱਖੀਏ। ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਹਾਲੇ ਵੀ ਸਿਰਫ ਬਾਹਰਲਾ ਸੀਮਨ ਲਵਾਉਣਾ ਹੀ ਪਸੰਦ ਕਰਦੇ ਹੈ। ਅਸੀਂ ਜਦੋਂ ਉਸ ਲੈਵਲ 'ਤੇ ਪਹੁੰਚ ਗਏ ਅਸੀਂ ਬਹੁਤ ਕੁਝ ਸੋਚ ਸਕਦੇ ਹਾਂ, ਪਰ ਅੱਜ ਜਿੰਨੀ ਦੇਰ ਤੱਕ ਸਾਡਾ ਦੁੱਧ ਜਿਹੜਾ ਸਾਡਾ 26-27 ਰੁਪਏ ਦੁੱਧ ਵਿਕ ਰਿਹਾ ਨਾ, ਤਾਂ ਸਾਨੂੰ ਇਹ ਦੇਖਣਾ ਪੈਣਾ ਵੀ ਸੀਮਨ ਦੀ ਚੋਣ ਸਾਡੀ ਇੱਦਾਂ ਦੀ ਹੋਵੇ ਵੀ ਸਾਡੀ ਫੈਟ ਹੈ ਗਾਵਾਂ 'ਚ ਕਿਸੇ ਵੀ ਹਾਲਤ ਦੇ ਵਿੱਚ 3.5 ਤੋਂ 4 ਦੇ ਵਿੱਚ ਰਵੇ। ਜੇ ਫੈਟ ਘਟੂਗੀ ਤਾਂ ਦੁੱਧ ਦਾ ਰੇਟ ਟੁੱਟ ਜਾਣਾ। ਮੰਨ ਲਓ ਤੁਸੀਂ ਇਹ ਗੱਲ ਮੰਨ ਕੇ ਚੱਲੋ ਵੀ ਜੇ ਤੁਹਾਡੀ 20 ਲੀਟਰ ਵਾਲੀ ਗਾਂ ਵੀ 4 ਫੈਟ ਕੱਢਦੀ ਹੈ ਤਾਂ ਤੁਸੀਂ ਉਹ ਗਾਂ ਤੁਹਾਡੀ 40 ਲੀਟਰ ਵਾਲੀ ਜਿਹੜੀ ਗਾਂ ਤੁਹਾਡੀ 2.5 ਫੈਟ ਕੱਢਦੀ ਹੈ ਉਹਦੇ ਨਾਲੋਂ ਜ਼ਿਆਦਾ ਲਾਹੇਵੰਦ ਹੈ। ਇਸ ਕਰਕੇ ਆਪਾਂ ਇਹ ਚੀਜ਼ ਨੂੰ ਬਰੀਕੀ ਨਾਲ ਦੇਖਣਾ ਹੈਗਾ, ਕਿਉਂਕਿ ਅਸੀਂ ਦੇਖਦੇ ਹਾਂ ਵੀ ਪਸ਼ੂ ਪਾਲਕ ਵੀਰ ਅਕਸਰ ਸਿਰਫ ਬਰੀਡ ਦੇ ਪਿੱਛੇ ਹੀ ਚੱਲ ਪੈਂਦੇ ਹੈ। ਬਰੀਡ ਦੇ ਵਿੱਚ ਵੀ ਅਗਾਂਹ ਵਧੂ ਪਸ਼ੂ ਪਾਲਕਾਂ ਵਾਸਤੇ ਮੇਰਾ ਇਹ ਬਹੁਤ ਜ਼ਰੂਰੀ ਹੈ ਵੀ ਅਸੀਂ ਇੱਕ ਲਿਮਿਟ ਲਾਈਏ। ਔਰ ਜਿਹੜੇ ਛੋਟੇ ਪਸ਼ੂ ਪਾਲਕ ਨੇ ਉਹ ਅਸੀਂ ਆਪਣਾ ਪੰਜਾਬ ਸਰਕਾਰ ਦਾ ਜਾਂ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਜਿਹੜਾ ਹੈਗਾ ਸਾਡਾ ਉਹਦਾ ਸੀਮਨ ਵਰਤਣਾ ਸ਼ੁਰੂ ਕਰੀਏ। ਬਹੁਤ ਹੀ ਰਿਸਰਚ ਚੱਲ ਰਹੀ ਹੈ ਇਹਦੇ ਵਿੱਚ। ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਹੈ ਜਿਹੜਾ, ਬੜੇ ਸਾਲਾਂ ਤੋਂ ਅਸੀਂ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਦੇ ਨਾਲ 2013 ਤੋਂ ਮਿਲ ਕੇ ਅਸੀਂ 3 ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਾਂ। ਇੱਕ ਪ੍ਰੋਜੈਕਟ ਹੈਗਾ ਸਾਡਾ ਮੁਰਾ ਦਾ, ਇੱਕ ਸਾਡਾ ਪ੍ਰੋਜੈਕਟ ਹੈਗਾ ਨੀਲੀ ਰਾਵੀ ਦਾ, ਇੱਕ ਸਾਹੀਵਾਲ ਦਾ। ਇਸ ਤੋਂ ਇਲਾਵਾ ਸਾਡੇ HF ਦੇ ਪ੍ਰੋਜੈਕਟ ਨੇ। ਇਹ ਸਾਰਿਆਂ 'ਚ ਅਸੀਂ ਬਰੀਡਿੰਗ ਵੈਲਿਊ 'ਤੇ ਕੰਮ ਕਰ ਰਹੇ ਹਾਂ। ਦੇਖੋ ਜਿਹੜੀ ਬਰੀਡਿੰਗ ਵੈਲਿਊ ਹੈ ਉਹ ਤੁਹਾਡੀ ਸੀਮਨ ਸਿਲੈਕਸ਼ਨ 'ਚ ਆਉਣ ਵਾਲੇ ਸਮੇਂ 'ਚ ਸਭ ਤੋਂ ਜ਼ਰੂਰੀ ਹੈ। ਬਰੀਡਿੰਗ ਵੈਲਿਊ ਦਾ ਮਤਲਬ ਕੀ ਹੁੰਦਾ ਹੈ ਵੀ ਦੁੱਧ ਵਾਲਾ ਗੁਣ ਹੈ ਜਿਹੜਾ ਉਹ ਝੋਟੇ ਰਾਹੀਂ ਜਾਂ ਬੱਚੇ ਰਾਹੀਂ ਉਹਦੀ ਮਾਂ ਤੋਂ ਆਇਆ ਹੋਇਆ ਦੁੱਧ ਵਾਲਾ ਗੁਣ ਕਿੰਨੇ % ਅੱਗੇ ਜਾਊਗਾ। ਦੇਖੋ ਇਹ ਜ਼ਰੂਰੀ ਨਹੀਂ 14,000 ਲੀਟਰ ਵਾਲੀ ਗਾਂ ਦਾ ਜਿਹੜਾ ਬੱਚਾ ਹੈ ਉਹ ਵਾਕਈ ਵਧੀਆ ਹੋਵੇ। ਵਧੀਆ ਕਿਹੜਾ ਹੋਊਗਾ? ਜਿਹਦੀ ਬਰੀਡਿੰਗ ਵੈਲਿਊ ਜ਼ਿਆਦਾ ਹੋਊਗੀ। ਇੱਕ ਘੱਟ ਦੁੱਧ ਵਾਲੀ ਜਿਹੜੀ 12,000 ਵਾਲੀ ਗਾਂ ਹੈ ਉਹਦਾ ਵੀ ਜੇ ਬੱਚਾ ਜਿਹਦੀ ਬਰੀਡਿੰਗ ਵੈਲਿਊ ਵਧੀਆ ਹੈ ਤਾਂ ਇਹ 100% ਸੰਭਵ ਹੈ ਵੀ ਉਹਦੀ ਜਿਹੜੀ ਬੈੜੀ ਹੈ ਉਹ 14,000 ਵਾਲੀ ਨਾਲੋਂ ਜ਼ਿਆਦਾ ਦੁੱਧ ਦੇਵੇ। ਇਸੇ ਕਰਕੇ ਅੱਜ ਪੰਜਾਬ ਸਰਕਾਰ ਵੀ ਅਤੇ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਵੀ ਅਤੇ ਬਾਕੀ ਸਾਡੇ ਅਦਾਰੇ ਜਿਹੜੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਵੀ, ਅਸੀਂ ਸਾਰੇ ਪ੍ਰੋਜਨੀ ਟੈਸਟਿੰਗ 'ਤੇ ਕੰਮ ਕਰ ਰਹੇ ਹਾਂ। ਪ੍ਰੋਜਨੀ ਟੈਸਟਿੰਗ ਦਾ ਮਤਲਬ ਹੁੰਦਾ ਹੈ ਵੀ ਉਹ ਝੋਟਾ ਵਧੀਆ ਜਿਹਦੀਆਂ ਕੱਟੀਆਂ ਨੇ ਜਾਂ ਉਹ ਬੱਚਾ ਵਧੀਆ ਜਿਹਦੀਆਂ ਬੱਚੀਆਂ ਨੇ ਜ਼ਿਆਦਾ ਦੁੱਧ ਦਿੱਤਾ। ਕਿਉਂਕਿ ਉਹ ਇਸ ਬੁੱਲ ਨੂੰ ਅਸੀਂ ਕਹਿੰਦੇ ਹਾਂ ਪ੍ਰੂਵਨ ਬੁੱਲ। ਪ੍ਰੂਵਨ ਬੁੱਲ ਦਾ ਮਤਲਬ ਕੀ ਹੁੰਦਾ ਹੈ ਵੀ ਜਿਹਦੀ ਡੈਮ ਯੀਲਡ ਵਧੀਆ ਸੀ, ਉਹਦੀ ਮਾਂ ਦਾ ਦੁੱਧ ਵਧੀਆ ਸੀ ਅਤੇ ਉਹਦੀਆਂ ਕੱਟੀਆਂ ਬੱਚੀਆਂ ਦਾ ਵੀ ਦੁੱਧ ਵਧੀਆ। ਔਰ ਪ੍ਰੂਵਨ ਬੁੱਲ ਸਾਡੇ ਕੋਲੇ ਹੁਣ ਬਹੁਤ ਨੇ। ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜਾ ਤੁਹਾਡੇ ਨੇੜੇ ਦਾ ਸਰਕਾਰੀ ਹਸਪਤਾਲ ਹੈ, ਡਿਸਪੈਂਸਰੀ ਹੈ, ਉਹਦੇ ਨਾਲ ਜੁੜ ਕੇ ਰਹੋ। ਅਸੀਂ ਬਾਜ਼ਾਰ ਦੇ ਮੁਕਾਬਲੇ ਉਸੇ ਕੁਆਲਿਟੀ ਦਾ ਸੀਮਨ ਮੈਂ ਕਹੂੰਗਾ ਵੀ 10% ਰੇਟ 'ਚ ਉਪਲਬਧ ਕਰਾਉਣੇ ਆ। ਹੁਣ ਜੇ ਮੈਂ ਗੱਲ ਕੀਤੀ ਹੈ ETT ਸੀਮਨ ਦੀ, ETT ਸੀਮਨ ਜਿਹੜਾ ਅਸੀਂ 35 ਰੁਪਏ 'ਚ ਦੇ ਰਹੇ ਹਾਂ ਉਹੀ ਤੁਹਾਨੂੰ ਹੋ ਸਕਦਾ ਹੈ 350, 500, 700 ਰੁਪਏ ਦਾ ਮਿਲਦਾ ਹੋਵੇ। ਸੋ ਰੇਟ ਦਾ ਫਰਕ ਬਹੁਤ ਜ਼ਿਆਦਾ ਹੈ, ਗੁਣਵੱਤਾ ਦਾ ਫਰਕ ਨਹੀਂ ਹੈਗਾ। ਇਹ ਮੈਂ ਤੁਹਾਨੂੰ ਬੜਾ ਸਪਸ਼ਟ ਕਹੂੰਗਾ ਕਿਉਂਕਿ ਜਿਹੜੇ ਸਰਕਾਰੀ ਚੀਜ਼ਾਂ ਹੁੰਦੀਆਂ ਅਕਸਰ ਇਹਨਾਂ ਦੀ ਕੋਈ ਪ੍ਰੋਫੈਸ਼ਨਲ ਮਾਰਕੀਟਿੰਗ ਨਹੀਂ ਹੁੰਦੀ ਹੈਗੀ।
ਇਹਦੇ ਨਾਲ ਕੀ ਹੁੰਦਾ ਹੈਗਾ ਵੀ ਦੇਖੋ, ਜਿਹੜਾ ਦੁੱਧ ਹੈ ਸਾਡਾ, ਜੇ ਉਹਦੇ ਵਿੱਚ ਫੈਟ ਘੱਟ ਹੋਏਗੀ, ਮੰਨ ਲਓ ਸਾਡੇ ਦੁੱਧ 'ਚ 2.5 ਜਾਂ 3 ਫੈਟ ਹੈ, ਤੁਸੀਂ ਬਰੀਡ ਇੱਦਾਂ ਦੀ ਸਿਲੈਕਟ ਕਰ ਲਈ ਜਿਹਦੀ ਫੈਟ ਕੰਟੈਂਟ ਓਵਰਆਲ ਦੁੱਧ ਜ਼ਿਆਦਾ ਸੀ ਪਰ ਫੈਟ ਘੱਟ ਸੀ, ਤਾਂ ਦੇਖੋ ਨਾ ਤਾਂ ਚਾਹ ਵਧੀਆ ਬਣੇ, ਨਾ ਦਹੀਂ ਵਧੀਆ ਜੰਮੇ, ਨਾ ਪਨੀਰ ਵਧੀਆ ਬਣੇ, ਨਾ ਲੱਸੀ ਵਧੀਆ ਬਣੇ, ਨਾ ਘਿਓ ਨਿਕਲੇ। ਤਾਂ ਮੇਰੀ ਦੱਸੋ, ਜਿਹੜੀ ਅਸੀਂ ਬੇਸਿਕ ਚੀਜ਼ ਸੀ ਉਹ ਤਾਂ ਅਸੀਂ ਛੱਡ ਹੀ ਦਿੱਤੀ ਹੈ। ਸੋ ਇਸ ਕਰਕੇ ਮਾਰਕੀਟਿੰਗ ਦੇ ਪ੍ਰਚਾਰ ਦੇ ਵਿੱਚ ਨਾ ਆ ਕੇ ਅਸੀਂ ਇਹ ਚੀਜ਼ਾਂ ਵੱਲ ਧਿਆਨ ਦਈਏ ਔਰ ਇਸ ਚੀਜ਼ਾਂ ਨੂੰ ਸਮਝੀਏ, ਕਿਉਂਕਿ ਅਸੀਂ ਅਕਸਰ ਜੇ ਮੰਨ ਲਓ ਸਾਡੇ ਕੋਲ 10 ਪਸ਼ੂ ਹੈ, ਜੇ ਅਸੀਂ ਪ੍ਰਾਈਵੇਟ ਸੀਮਨ ਵਰਤਦੇ ਹਾਂ ਤਾਂ ਜੇ ਸਾਡਾ 7-8 ਹਜ਼ਾਰ ਰੁਪਇਆ ਲੱਗਦਾ ਉਹ 'ਤੇ, ਤਾਂ ਇੱਥੇ ਤੁਹਾਡਾ ਹੋ ਸਕਦਾ ਹੈ ਉਦੋਂ 20% ਮਤਲਬ ਕਿ 1000-1500 ਰੁਪਏ 'ਚ ਹੀ ਸਰ ਜੀ। ਤੋ ਇਸ ਕਰਕੇ ਇਹ ਚੀਜ਼ਾਂ ਵੱਲ ਅਸੀਂ ਧਿਆਨ ਦਈਏ। ਸੋ ਅਖੀਰ 'ਤੇ ਮੈਂ ਇਹੀ ਕਹੂੰਗਾ ਵੀ ਡੇਅਰੀ ਫਾਰਮਿੰਗ ਨੂੰ ਜੇ ਕਾਮਯਾਬ ਬਣਾਉਣਾ ਹੈ, ਰਿਕਾਰਡ ਰੱਖਣਾ ਸ਼ੁਰੂ ਕਰੋ, ਸੀਮਨ ਦਾ ਰਿਕਾਰਡ ਰੱਖੋ, ਪਸ਼ੂ ਦੀ ਡੇਟ ਜ਼ਰੂਰ ਲਿਖੋ, ਕਿਹੜੀ ਡੇਟ ਨੂੰ ਟੀਕਾ ਭਰਾਇਆ ਸੀ, 3 ਮਹੀਨੇ ਬਾਅਦ ਪਸ਼ੂ ਨੂੰ ਚੈੱਕ ਜ਼ਰੂਰ ਕਰਾਓ, ਔਰ 21 ਦਿਨਾਂ ਬਾਅਦ ਜੇ ਅੱਜ ਅਸੀਂ ਟੀਕਾ ਭਰਾਇਆ ਤਾਂ 21 ਦਿਨਾਂ ਪਿੱਛੋਂ ਆਪਣੇ ਮੋਬਾਈਲ 'ਤੇ ਰਿਮਾਈਂਡਰ ਲਾਓ ਵੀ ਆਹ ਜਿਹੜੀ ਮੇਰੀ ਮੱਝ ਗਾਂ ਹੈ ਮੈਂ ਇਹਦੀ ਨਿਗਾਹ ਰੱਖਣੀ ਹੈ। ਕਈ ਵਾਰੀ ਪਸ਼ੂ ਖੁੱਲ੍ਹ ਕੇ ਬੋਲਦੇ ਨਹੀਂ, ਸਿਰਫ ਤਾਰਾਂ ਦਿੰਦੇ ਆ। ਜੇ ਤਾਰਾਂ ਪਸ਼ੂ ਦੇ ਰਿਹਾ ਦੁਆਰਾ ਤਾਂ ਉਹ ਪਸ਼ੂ ਸਾਡਾ ਗੱਭਣ ਨਹੀਂ ਹੋਇਆ। ਮਤਲਬ ਕਿ ਪਰਿਵਾਰ ਦੇ ਕਿਸੇ ਮੈਂਬਰ ਦੀ ਡਿਊਟੀ ਲਾਓ ਵੀ ਅੱਜ ਤੋਂ ਆਪਣੀ ਫਲਾਨੀ ਮੱਝ ਜਾਂ ਉਹ ਗਾਂ ਦੀ ਨਿਗਾਹ ਰੱਖਣੀ ਹੈ ਵੀ ਕਿਤੇ ਇਹਨੇ ਤਾਰਾਂ ਤਾਂ ਨਹੀਂ ਦਿੱਤੀਆਂ। ਬੜਾ ਹੀ ਸੌਖਾ ਹੈ, ਮੋਬਾਈਲ 'ਚ ਰਿਮਾਈਂਡਰ ਲਾਉਣੇ ਕੋਈ ਔਖੇ ਨਹੀਂ ਹੈਗੇ। ਸਾਰੇ ਸਾਡੇ ਬੱਚੇ ਅੱਜ ਕੱਲ੍ਹ ਮੋਬਾਈਲ ਯੂਜ਼ ਕਰਦੇ ਆ। ਬੜੀ ਸਿੰਪਲ ਜੀ ਟੈਕਨੀਕ ਹੈ। ਦੇਖੋ, ਅਗਰ ਅਸੀਂ 1 ਤਰੀਕ ਨੂੰ ਟੀਕਾ ਭਰਾਇਆ ਤਾਂ ਅਸੀਂ 21 ਤਰੀਕ ਨੂੰ ਦੁਬਾਰਾ ਉਸ ਪਸ਼ੂ ਨੂੰ ਦੇਖਣਾ, ਇੱਕ ਵਾਰੀ ਸਵੇਰੇ ਅਤੇ ਇੱਕ ਵਾਰੀ ਸ਼ਾਮ ਨੂੰ। ਕੋਈ ਬਹੁਤ ਔਖਾ ਕੰਮ ਨਹੀਂ। ਪਰ ਜੇ ਤੁਸੀਂ ਮਿਸ ਕਰਤਾ ਅਤੇ 3 ਮਹੀਨੇ 4 ਮਹੀਨੇ ਬਾਅਦ ਤੁਸੀਂ ਚੈੱਕ ਕਰਵਾਇਆ, ਕਿਉਂਕਿ ਹੋ ਸਕਦਾ ਪਸ਼ੂ ਮੁੜ ਕੇ ਬੋਲੇ ਹੀ ਨਾ, ਤਾਂ ਫਿਰ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ। ਇਸ ਕਰਕੇ ਇਹ ਟੈਕਨੋਲੋਜੀ ਦੀ ਅਸੀਂ ਵਰਤੋਂ ਕਰਨੀ ਸ਼ੁਰੂ ਕਰੀਏ। ਵੱਡੇ ਪਸ਼ੂ ਪਾਲਕ ਤਾਂ ਸੌਫਟਵੇਅਰ ਯੂਜ਼ ਕਰਦੇ ਆ, ਸੌਫਟਵੇਅਰ 'ਚ ਆਪਣੇ ਆਪ ਆ ਜਾਂਦਾ, ਪਰ ਛੋਟੇ ਪਸ਼ੂਆਂ ਪਾਲਕਾਂ ਵਾਸਤੇ ਡਾਇਰੀ ਜਾਂ ਕੈਲੰਡਰ 'ਤੇ ਲਿਖਿਆ ਮਿਸ ਹੋ ਸਕਦਾ, ਪਰ ਜੇ ਤੁਸੀਂ ਮੋਬਾਈਲ 'ਚ ਰਿਮਾਈਂਡਰ ਲਾਓਗੇ ਤਾਂ ਉਹ ਮਿਸ ਨਹੀਂ ਹੋਏਗਾ। ਉਹ ਜ਼ਰੂਰ ਚੈੱਕ ਕਰਵਾਓ। ਬਾਕੀ ਇਹੀ ਹੈ ਜੀ, ਸੰਤੁਲਿਤ ਖੁਰਾਕ, ਸਹੀ ਪ੍ਰਬੰਧਨ, ਸਹੀ ਮਾਰਕੀਟਿੰਗ, ਸਹੀ ਪ੍ਰਜਨਨ। ਅੱਗੇ 3 ਚੀਜ਼ਾਂ ਹੁੰਦੀਆਂ ਸੀ, ਫੀਡਿੰਗ, ਬਰੀਡਿੰਗ ਅਤੇ ਮੈਨੇਜਮੈਂਟ। ਹੁਣ ਚੌਥੀ ਚੀਜ਼ ਜ਼ਰੂਰੀ ਹੈ ਜੀ, ਮਤਲਬ ਕਿ ਫੀਡਿੰਗ ਹੋ ਗਈ ਖੁਰਾਕ, ਬਰੀਡਿੰਗ ਹੋ ਗਿਆ ਪ੍ਰਜਨਨ, ਮੈਨੇਜਮੈਂਟ ਹੋ ਗਿਆ ਪ੍ਰਬੰਧਨ, ਅਤੇ ਮਾਰਕੀਟਿੰਗ ਹੋ ਗਿਆ ਮੰਡੀਕਰਨ। ਇਹ ਚਾਰੇ ਚੀਜ਼ਾਂ ਜ਼ਰੂਰੀ ਨੇ ਜੀ। ਵਧੀਆ ਦੁੱਧ ਪੈਦਾ ਕਰੋ, ਵਧੀਆ ਵੇਚੋ। NDRI ਦੀਆਂ ਨਵੀਆਂ ਗਾਈਡਲਾਈਨ ਆ ਗਈਆਂ, ਸਮੈਟਿਕ ਸੈੱਲ ਕਾਊਂਟ ਦਾ ਧਿਆਨ ਰੱਖੋ, ਉਹਦੇ ਬਾਰੇ ਆਪਾਂ ਵੱਖਰੇ ਵਿਸ਼ੇ 'ਚ ਗੱਲ ਕਰਾਂਗੇ। ਐਫਲਾਟੌਕਸਿਨ ਦਾ ਧਿਆਨ ਰੱਖੋ, ਐਂਟੀਬਾਇਓਟਿਕ ਦੀ ਵਰਤੋਂ ਘੱਟ ਤੋਂ ਘੱਟ ਕਰੋ, ਹੋਮਿਓਪੈਥਿਕ, ਇਲੈਕਟ੍ਰੋਪੈਥਿਕ, ਆਯੁਰਵੈਦਿਕ ਦਵਾਈਆਂ ਦੀ ਵਰਤੋਂ ਵਧਾਓ, ਔਰ ਦੁੱਧ ਸਹੀ ਰੇਟ 'ਤੇ ਵੇਚੋ, ਵਧੀਆ ਦੁੱਧ ਪੈਦਾ ਕਰੋ। FSSAI ਦੀਆਂ ਵੀ ਗਾਈਡਲਾਈਨ ਆ ਗਈਆਂ, ਐਫਲਾਟੌਕਸਿਨ ਦਾ ਵੀ ਧਿਆਨ ਰੱਖੋ। ਮਿਲਾਵਟਖੋਰੀ ਵਿਰੁੱਧ ਰਲ ਕੇ ਆਪਾਂ ਲੜੀਏ। ਕੁਆਲਿਟੀ ਵਾਸਤੇ ਆਪਣਾ ਲਗਾਤਾਰ ਪਸ਼ੂਆਂ ਦੀ ਕੁਆਲਿਟੀ, ਦੁੱਧ ਦੀ ਕੁਆਲਿਟੀ, ਮਾਰਕੀਟਿੰਗ ਦੀ ਕੁਆਲਿਟੀ, ਔਰ ਸਾਡੀ ਜਿਹੜੀ ਓਵਰਆਲ ਪਸ਼ੂ ਪਾਲਣ ਜਿਹੜਾ ਅਸੀਂ ਜੁੜੇ ਹੋਏ ਹਾਂ, ਸਾਡੀ ਆਪਣੀ ਵੀ ਜ਼ਿੰਦਗੀ ਦੀ ਕੁਆਲਿਟੀ ਤਾਂ ਹੀ ਵਧੀਆ ਹੋਊਗੀ ਜੇ 2 ਪੈਸੇ ਸਾਡੇ ਕੋਲ ਆਉਣਗੇ। ਸੋ ਆਪਣਾ ਇਹ ਵਿਸ਼ਾ ਜਿਹੜਾ ਹੈਗਾ ਜੀ, ਇਹਦੇ ਬਾਰੇ ਕੋਈ ਸਵਾਲ ਹੋਵੇ ਤੁਸੀਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ। ਮੇਰਾ ਨੰਬਰ ਵੀ ਹੈ, ਮੈਨੂੰ WhatsApp ਵੀ ਕਰ ਸਕਦੇ ਹੋ। ਆਪਣਾ ਇਹਦੇ ਵਿਸ਼ੇ ਬਾਰੇ ਆਪਾਂ ਅਗਲੇ ਵਾਰੀ ਹੋਰ ਵਿਸਤਾਰ 'ਚ ਗੱਲ ਕਰਾਂਗੇ। ਧੰਨਵਾਦ ਜੀ, ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ।